Hello everyone, this is Daman from Baba Deep Singh and Plex coaching classes. So आज ਆਪਾਂ डिस्कस करांगे 5 rights of delegations. So first is right task, second is right circumstance, third is right person, four is right direction or communication, and the fifth one is right supervision. So right task. ਸੋ ਇਹਦੇ ਵਿੱਚ ਬਹੁਤ ਜ਼ਿਆਦਾ ਘੱਟ ਸੁਪਰਵਿਜ਼ਨ ਦੀ ਲੋੜ ਹੁੰਦੀ ਆ ਤੇ ਇਹਦੇ 'ਚ ਜਿਹੜੀਆਂ ਮੋਸਟਲੀ ਟਾਸਕ ਹੁੰਦੀਆਂ ਨੇ ਰਿਪੀਟੇਟਿਵ ਹੁੰਦੀਆਂ ਨੇ ਤੇ ਇਹ ਨਾਨ ਇਨਵੇਸਿਵ ਆ ਐਂਡ ਇਹਦੇ 'ਚ ਬਹੁਤ ਹੀ ਘੱਟ ਰਿਸਕ ਹੁੰਦਾ ਆ ਸੋ ਜਿੱਦਾਂ ਫॉर ਐਗਜ਼ਾਮਪਲ ਡੈਲੀਗੇਟ UAP to feed the stable patients requiring assistance with activities of daily living. ਸੋ ਬੇਸਿਕਲੀ ਇਹਦੇ 'ਚ ਆਪਾਂ ਡੈਲੀਗੇਟ ਕਰ ਸਕਦੇ ਆ ਟਾਸਕ UAP ਨੂੰ ਲਾਈਕ CNAs ਨੂੰ UAP ਨੂੰ NAP ਨੂੰ ਠੀਕ ਹੈ ਜੀ ਕਿ ਉਹ ਜਿਹੜੇ ਪੇਸ਼ੈਂਟ ਸਟੇਬਲ ਆ ਜਿਨ੍ਹਾਂ ਨੂੰ ਐਕਟੀਵਿਟੀ ਆਫ ਡੇਲੀ ਲਿਵਿੰਗ ਦੇ ਵਿੱਚ ਹੈਲਪ ਦੀ ਲੋੜ ਹੁੰਦੀ ਆ ਸੋ ਉਹਨਾਂ ਨੂੰ ਉਹ ਫੀਡ ਕਰਾ ਸਕਦੇ ਆ ਕਿਉਂਕਿ ਬਿਕਾਜ਼ ਦਾ ਪੇਸ਼ੈਂਟ ਇਜ਼ ਸਟੇਬਲ ਸੋ ਕੋਈ ਰਿਸਕ ਨਹੀਂਗਾ ਠੀਕ ਹੈ ਜੀ ਜਾਂ ਫਿਰ ਉਹ ਸਿੰਪਲ ਸਪੈਸੀਮਨ ਕਲੈਕਸ਼ਨ ਆਪਾਂ ਉਹਨਾਂ ਨੂੰ ਕਹਿ ਸਕਦੇ ਆ ਕੋਈ ਵੀ ਸਪੈਸੀਮਨ ਆ ਉਹ ਕਲੈਕਟ ਕਰਨ ਫॉर ਐਗਜ਼ਾਮਪਲ ਯੂਰਿਨ ਕਲੈਕਸ਼ਨ ਲਈ ਆਪਾਂ ਉਹਨਾਂ ਨੂੰ ਕਹਿ ਸਕਦੇ ਆ ਜਾਂ ਫਿਰ ਉਹਨਾਂ ਨੂੰ ਆਪਾਂ ਡੈਲੀਗੇਟ ਕਰ ਸਕਦੇ ਆ ਕਿ ਉਹ ਰੂਮ ਪ੍ਰਿਪੇਅਰ ਕਰਨ ਫॉर द ਨਿਊ ਐਡਮਿਸ਼ਨ ਪੇਸ਼ੈਂਟ ਲਈ ਠੀਕ ਹੈ ਜੀ ਸੋ ਇਹਦੇ 'ਚ ਕੋਈ ਰਿਸਕ ਨਹੀਂਗਾ So right circumstance. Second one is right circumstance. So assessing the patient needs prior to delegating the task to ensure all resources and supervision are available. So basically ਇਹਦੇ 'ਚ ਹੁੰਦਾ ਕਿ ਲਾਈਕ ਆਪਾਂ ਪਹਿਲਾਂ ਪੇਸ਼ੈਂਟ ਦੀਆਂ ਨੀਡਸ ਨੂੰ ਅਸੈਸ ਕਰਾਂਗੇ ਪ੍ਰੋਪਰਲੀ ਕੋਈ ਵੀ ਡੈਲੀਗੇਸ਼ਨ ਦੇਣ ਤੋਂ ਪਹਿਲਾਂ ਸੋ ਜਿੱਦਾਂ ਦੇਖਾਂਗੇ ਕਿ ਪੇਸ਼ੈਂਟ ਨੂੰ ਕਿੰਨੀ ਕੁ ਸੁਪਰਵਿਜ਼ਨ ਦੀ ਲੋੜ ਆ ਕਿਹੜੀ ਰਿਸੋਰਸਿਸ ਚਾਹੀਦੀਆਂ ਹੋਣਗੀਆਂ ਲਾਈਕ ਪੇਸ਼ੈਂਟ ਦੀ ਮੈਡੀਕਲ ਕੰਡੀਸ਼ਨ ਕਿੱਦਾਂ ਦੀ ਆ ਪੇਸ਼ੈਂਟ ਸਟੇਬਲ ਆ ਜਾਂ ਪੇਸ਼ੈਂਟ ਅਨਸਟੇਬਲ ਆ ਫॉर ਐਗਜ਼ਾਮਪਲ ਲਾਈਕ ਜੇ ਪੇਸ਼ੈਂਟ ਨੂੰ ਡਿਸਫੀਜੀਆ ਆ ਮੰਨ ਲਓ ਦ ਪੇਸ਼ੈਂਟ ਇਜ਼ ਹੈਵਿੰਗ ਸਟ੍ਰੋਕ ਤੇ ਪੇਸ਼ੈਂਟ ਨੂੰ ਹੈਗਾ ਹੈ ਡਿਸਫੀਜੀਆ ਡਿਫਿਕਲਟੀ ਇਨ ਸਵੈਲੋਇੰਗ ਸੋ ਇਹ ਵਾਲਾ ਪੇਸ਼ੈਂਟ ਆਪਾਂ UAP ਨੂੰ ਨਹੀਂ ਦੇ ਸਕਦੇ ਬਿਕਾਜ਼ ਜਿਹੜਾ ਪੇਸ਼ੈਂਟ ਆ ਅਨਸਟੇਬਲ ਆ ਤੇ ਉਹਨੂੰ ਐਸਪੀਰੇਸ਼ਨ ਦਾ ਰਿਸਕ ਆ ਸੋ ਇਹ RN ਹੀ ਲਊਗੀ ਇਹ ਵਾਲੇ ਪੇਸ਼ੈਂਟ ਨੂੰ So, right person. So, right person is delegating right task to the right person. RN knows which task to delegate to the NAP. So, basically, एक right task, right person ਨੂੰ ਦੇਣਾ. So, that is called the right person. ਸੋ ਬੇਸਿਕਲੀ ਇਹਦੇ 'ਚ ਜਿਹੜੀ RN ਆ ਉਹਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ NAP ਨੂੰ ਕਿਹੜੀ ਟਾਸਕ ਡੈਲੀਗੇਟ ਕਰ ਸਕਦੀ ਆ ਸੋ ਫॉर ਐਗਜ਼ਾਮਪਲ ਅ ਨਰਸ ਕੈਨ ਡੈਲੀਗੇਟ vital signs to the UAP if the patient is stable. So basically ਜਿੱਦਾਂ ਅਗਰ ਪੇਸ਼ੈਂਟ ਸਟੇਬਲ ਆ ਤਾਂ ਜਿਹੜਾ UAP ਆ ਉਹ ਪੇਸ਼ੈਂਟ ਦੇ ਵਾਈਟਲ ਸਾਈਨਸ ਲੈ ਸਕਦਾ ਆ ਐਂਟੀਬੋਲਿਜ਼ਮ ਸਟੋਕਿੰਗ ਅਪਲਾਈ ਕਰ ਸਕਦਾ ਆ ਪੇਸ਼ੈਂਟ ਨੂੰ ਰਾਈਟ ਸੋ ਇਹ ਰਾਈਟ ਪਰਸਨ ਹੋਇਆ ਰਾਈਟ ਪੇਸ਼ੈਂਟ ਲਈ So right direction and right communication. So the task instruction must be clear and concise, includes like the purpose of task, how it should be performed, any specific patient needs or concern. Basically right direction ਤੇ communication ਦੇ ਵਿੱਚ ਹੁੰਦਾ ਹੈ ਕਿ ਜਿਹੜੀ RN ਆ ਉਹ clearly ਤੇ concisely instructions provide ਕਰੇ ਠੀਕ ਹੈ ਜੀ while giving the delegations. So ਜਿੱਦਾਂ ਨਰਸ ਆ ਜਿਹੜੀ RN ਉਹਨੂੰ ਪਤਾ ਹੋਣਾ ਚਾਹੀਦਾ ਆ ਕਿ ਇਹ ਜਿਹੜੀ ਟਾਸਕ ਆ ਉਹ ਮੰਨ ਲਓ UAP ਨੂੰ ਟਾਸਕ ਕੋਈ ਉਹਨੇ ਦਿੱਤੀ ਸੋ UAP ਨੂੰ ਜਾਂ LVN ਨੂੰ ਕੋਈ ਟਾਸਕ ਪ੍ਰੋਵਾਈਡ ਕਰ ਰਹੀ ਆ ਤੇ ਨਰਸ ਉਹਨਾਂ ਨੂੰ ਪ੍ਰੋਪਰਲੀ ਐਕਸਪਲੇਨ ਕਰੂਗੀ ਕਿ ਇਹ ਟਾਸਕ ਦਾ ਪਰਪਸ ਕੀ ਆ ਲਾਈਕ ਇਹ ਕਿਉਂ ਉਹਨਾਂ ਨੂੰ ਪ੍ਰੋਵਾਈਡ ਕੀਤੀ ਜਾ ਰਹੀ ਹੈ ਟਾਸਕ ਤੇ ਟਾਸਕ ਨੂੰ ਪਰਫਾਰਮ ਕਿੱਦਾਂ ਕਰਨਾ ਆ ਤੇ ਉਹਦੇ 'ਚ ਜੇ ਕੋਈ ਪੇਸ਼ੈਂਟ ਦੀ ਕੋਈ ਸਪੈਸੀਫਿਕ ਨੀਡਸ ਨੇ ਕੋਈ ਕੰਸਰਨਸ ਨੇ ਉਹ ਵੀ ਉਹਨਾਂ ਨੂੰ ਉਹ ਐਕਸਪਲੇਨ ਕਰੂਗੀ ਠੀਕ ਹੈ ਜੀ ਮੀਨਸ ਇੱਕ ਪ੍ਰੋਪਰ ਸਿੰਪਲ ਕਮਿਊਨੀਕੇਸ਼ਨ ਦੇ ਨਾਲ ਗੁੱਡ ਡਾਇਰੈਕਸ਼ਨ ਦੇ ਨਾਲ RN ਡੈਲੀਗੇਟ ਕਰੂਗੀ ਟਾਸਕ ਟੂ ਦ ਅਦਰ ਸਟਾਫ ਮੈਂਬਰਸ ਜਿੱਦਾਂ ਫॉर ਐਗਜ਼ਾਮਪਲ ਨਰਸ ਗਿਵਸ ਕਲੀਅਰ ਇਨਸਟਰਕਸ਼ਨਸ to the LVN on what type of urine specimen to collect for a specific patient or how often vital signs should be performed for a specific patient. ਸੋ ਮੰਨ ਲਓ ਕੋਈ ਪੇਸ਼ੈਂਟ ਆ ਅਤੇ ਉਹਦਾ ਯੂਰੀਨ ਸਪੈਸੀਮਨ ਕਲੈਕਟ ਕਰਨਾ ਆ ਹੁਣ ਯੂਰੀਨ ਸਪੈਸੀਮਨ ਵੀ ਕਈ ਤਰ੍ਹਾਂ ਦੇ ਹੁੰਦੇ ਆ ਸੋ ਜਿਹੜੀ RN ਆ ਉਹ ਐਕਸਪਲੇਨ ਕਰੂਗੀ ਕਿ ਕਿਹੜੇ ਟਾਈਪ ਦਾ ਯੂਰੀਨ ਸਪੈਸੀਮਨ ਲਾਈਕ ਜਿਹੜਾ ਆ ਕਲੈਕਟ ਕਰਨਾ ਆ ਅਤੇ ਉਹਦਾ ਪਰਪਸ ਕੀ ਆ ਆਪਾਂ ਕਰ ਕਿਉਂ ਰਹੇ ਆ ਰਾਈਟ ਸੋ ਕਿਹੜੇ ਕੀ ਸਟੈਪਸ ਫੋਲੋ ਕਰਨੇ ਆ ਐਵਰੀਥਿੰਗ ਐਕਸਪਲੇਨ ਕਰੂਗੀ ਅਤੇ ਕਦੋਂ ਪੇਸ਼ੈਂਟ ਦੇ ਵਾਈਟਲ ਸਾਈਨਸ ਪਰਫੋਰਮ ਕਰਨੇ ਆ ਸੋ ਐਵਰੀਥਿੰਗ ਉਹ LVN ਜਾਂ UAP ਨੂੰ educate karoogi before giving the task.
ਲਾਈਕ ਪ੍ਰੋਪਰ ਕਮਿਊਨੀਕੇਟ ਕਰੂਗੀ ਉਹਨਾਂ ਦੇ ਨਾਲ। Right supervision. So, licensed nurse is responsible for monitoring the delegated activities, following up with the delegatee at the completion of activity and evaluating the patient outcomes. Basically, right supervision ਦੇ ਵਿੱਚ ਜਦੋਂ ਨਰਸ ਨੇ ਕੋਈ ਵੀ ਡੈਲੀਗੇਸ਼ਨ ਦਿੱਤਾ ਆ ਸਟਾਫ ਮੈਂਬਰ ਨੂੰ, ਠੀਕ ਹੈ ਜੀ, ਸੋ ਇਨ ਦਾ ਐਂਡ ਉਹਦੀ ਆਊਟਕਮ ਜਿਹੜੀ ਆ ਉਹ ਇਵੈਲੂਏਟ ਕਰੂਗੀ ਕਿ ਉਹਦਾ ਰਿਜ਼ਲਟ ਕੀ ਆਇਆ। ਸੋ ਇਹ ਆਰ ਐਨ ਰਿਸਪੋਂਸੀਬਲ ਆ ਇਸ ਚੀਜ਼ ਦੇ ਉੱਤੇ, ਜੋ ਵੀ ਉਹ ਟਾਸਕ ਦੇ ਰਹੀ ਆ ਅਤੇ ਉਹਨੂੰ ਉਹ ਪ੍ਰੋਪਰ ਸੁਪਰਵਾਈਜ਼ ਕਰੇ। ਫੋਰ ਐਗਜ਼ਾਮਪਲ, ਜਿੱਦਾਂ RN observe the UAP giving incorrectly position to the patient, ਸੋ ਜਿੱਦਾਂ RN ਨੇ observe ਕੀਤਾ UAP ਨੂੰ, ਉਹ ਇਨਕਰੈਕਟਲੀ ਪੋਜੀਸ਼ਨ ਉਹਨੇ ਪ੍ਰੋਵਾਈਡ ਕੀਤੀ ਹੈ ਪੇਸ਼ੈਂਟ ਨੂੰ। ਸੋ ਜਿਹੜੀ RN ਆ, ਸੋ ਪਹਿਲਾਂ ਤਾਂ ਉਹਨੂੰ ਕਲਾਇੰਟ ਜਿਹੜਾ ਉਹ ਸਟਾਫ ਮੈਂਬਰ UAP ਉਹਨੂੰ ਪ੍ਰੋਪਰ ਫੀਡਬੈਕ ਦਊਗੀ, ਉਹਨੂੰ ਕਰੈਕਟ ਕਰੂਗੀ ਅਤੇ ਉਹਨੂੰ ਲਾਈਕ ਡੈਮੋਨਸਟ੍ਰੇਟ ਕਰਕੇ ਦਿਖਾਊਗੀ ਅਤੇ ਉਹਦੇ ਤੋਂ ਰਿਟਰਨ ਡੈਮੋਨਸਟ੍ਰੇਸ਼ਨ ਵੀ ਲਊਗੀ, ਤਾਂ ਕਿ ਉਹ ਇਨ ਫਿਊਚਰ ਦੇ ਵਿੱਚ UAP ਕੋਈ ਗਲਤੀ ਨਾ ਕਰੇ ਵਾਈਲ ਗਿਵਿੰਗ ਪੋਜੀਸ਼ਨ ਟੂ ਦ ਕਲਾਇੰਟ। ਸੋ ਜੇ ਤੁਹਾਨੂੰ ਕੋਈ ਵੀ ਡਾਊਟ ਆ ਇਹਨਾਂ ਡੈਲੀਗੇਸ਼ਨਸ ਦੇ ਵਿੱਚ, ਤੁਸੀਂ ਸਾਨੂੰ ਪੁੱਛ ਸਕਦੇ ਆ, ਕੰਟੈਕਟ ਕਰ ਸਕਦੇ ਆ। ਥੈਂਕ ਯੂ ਸੋ ਮਚ।